ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਪਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਈਐ, ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਈਐ। ਜੁਗੋ ਜੁਗ ਟਲ ਵਾਲੀਏ ਦੋ ਜਹਾਨ ਜਗਤ ਗੁਰੂ। ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਸਰੂਪ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਅੰਦਰ ਜੁੜ ਬੈਠੀ। ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਕਾ ਪਿਆਰੀ ਸਾਧ ਸੰਗਤ ਜੀਓ। ਕਰੋ ਰਸਨਾ ਨੂੰ ਪਵਿੱਤਰ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਬੜੇ ਤੰਤਾ ਦੇ ਯੋਗ ਹੋ, ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਦੇ ਨਾਲ ਜੁੜੇ ਹੋਏ ਹੋ। ਆਓ ਕਰੋ ਮਨ ਬੀਤਿਆਂ ਇਕਾਗਰ, ਤਾਂ ਜੋ ਗੁਰਬਾਣੀ ਦੀ ਸੋਝੀ ਆਵੇ, ਭਜਨ ਬੰਦਗੀ ਦੀ ਸੋਝੀ ਆਵੇ। ਸੋ ਜੋ ਬਿਨ ਸਤਿਗੁਰ ਸੇਵੇ, ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੌੜੇ। ਜਿਹੜੇ ਪੁਰਸ਼ ਸਤਿਗੁਰਾਂ ਦੀ ਸੇਵਾ ਤੋਂ ਬਗੈਰ, ਜੋ ਹੱਥਾਂ ਨਾਲ ਸੇਵਾ ਤੇ ਜ਼ੁਬਾਨ ਨਾਲ ਪਰਮੇਸ਼ਰ ਦਾ ਜਸ ਨਹੀਂ ਕਰਦੇ, ਐਵੇਂ ਪਦਾਰਥਾਂ ਨੂੰ ਖਾਣਾ ਕਰਦੇ ਹਨ ਅਤੇ ਦਿੱਤੇ ਹੋਏ ਵਸਤਰਾਂ ਨੂੰ ਪਹਿਨਦੇ ਹਨ, ਉਹ ਤਾਂ ਵਾਹਿਗੁਰੂ ਵੱਲੋਂ ਮਰ ਗਏ ਹਨ। ਐਸੇ ਕੌੜੀ ਪੁਰਸ਼ ਤਾਂ ਬਾਰੰਬਾਰ ਜੰਮਦੇ ਮਰਦੇ ਰਹਿੰਦੇ ਹਨ। ਐਸੇ ਕਰੋੜਾਂ ਹੀ ਪੁਰਸ਼ ਜੰਮਦੇ ਮਰਦੇ ਰਹਿੰਦੇ ਹਨ। ਕੋਈ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੈ ਮੁਖ ਖੋਲੇ। ਉਹ ਪੁਰਸ਼ ਸਾਹਮਣੇ ਤਾਂ ਪਿਆਰਾ ਬੋਲਦੇ ਹਨ ਕਿ ਅਸੀਂ ਤਾਂ ਤੁਹਾਡੇ ਸੇਵਕ ਹਾਂ, ਪਰ ਬਾਹਰ ਭਾਵ ਪਿੱਠ ਪਿੱਛੇ ਨਿੰਦਿਆ ਰੂਪੀ ਜ਼ਹਿਰ ਨੂੰ ਘੋਲ ਕੇ ਮੂੰਹ ਵਿੱਚੋਂ ਵਚਨ ਕੱਢਦੇ ਹਨ। ਜਿਵੇਂ ਸੱਪ ਜ਼ਹਿਰ ਕੱਢਦਾ ਹੈ, ਇਉਂ ਅੰਦਰੋਂ ਵਿਚਾਰ ਵਿਚਾਰ ਕੇ ਨਿੰਦਿਆ ਰੂਪੀ ਜ਼ਹਿਰ ਕੱਢਦੇ ਹਨ। ਸੋ ਆਓ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਸ਼ਲੋਕ ਮਹੱਲਾ ਚੌਥਾ। ਇਹ ਜਿਹੜਾ ਸ਼ਬਦ ਹੈ, ਇਹ ਗੁਰੂ ਮਹਾਰਾਜ ਸ੍ਰੀ ਰਾਮਦਾਸ ਸਾਹਿਬ ਜੀ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਇਹ ਸ਼ਬਦ ਉਦੋਂ ਉਚਾਰਿਆ ਸੀ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਗਿਆ ਨਾਲ ਗੋਬਿੰਦਵਾਲ ਸਾਹਿਬ ਵਸਾਇਆ। ਉਸ ਵੇਲੇ ਗਾਉਂਦੇ ਖੱਤਰੀ ਨੇ ਮਹਾਰਾਜ ਨੂੰ ਜ਼ਮੀਨ ਦਾਨ ਦਿੱਤੀ ਕਿ ਆਪ ਜੀ ਦਾ ਨਗਰ ਹੈ, ਇਸ ਨੂੰ ਵਸਾਉਣਾ ਕਰੋ। ਗੁਰੂ ਘਰ ਲਈ ਜਿਤਨੀ ਕਿਸੇ ਪਦਾਰਥ ਦੀ ਲੋੜ ਹੈ ਉਹ ਲੈ ਲਵੋ। ਗੁਰੂ ਅਮਰਦਾਸ ਸਾਹਿਬ ਜੀ ਨੇ ਬੌੜੀ ਸਾਹਿਬ ਰਚ ਲਈ ਤੇ ਸੁੰਦਰ ਅਸਥਾਨ ਕਾਇਮ ਕਰਨਾ ਕੀਤਾ। ਜਿਸ ਵੇਲੇ ਗਾਉਂਦਾ ਖੱਤਰੀ ਆਪਣੀ ਉਮਰ ਭੋਗ ਕੇ ਸੰਸਾਰ ਤੋਂ ਚਲਾਣਾ ਕਰ ਗਿਆ, ਤਾਂ ਪਿੱਛੋਂ ਜੋ
ਗੌਂਦੇ ਦਾ ਪੁੱਤਰ ਕਹਾਉਂਦਾ ਸੀ, ਉਂਝ ਭਤੀਜਾ ਸੀ। ਉਸਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਤੇਜ ਪ੍ਰਤਾਪ ਵੇਖ ਕੇ, ਮਾਨ ਪ੍ਰਤਿਸ਼ਠਾ ਤੇ ਅਕਬਰ ਨੂੰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਵੇਖ ਕੇ ਗੁਰੂ ਜੀ ਨੂੰ 84 ਪਿੰਡ ਭੇਟਾ ਕਰ ਦਿੱਤੇ, ਜਿਸ ਦਾ ਮਾਮਲਾ ਬਾਬਾ ਬੁੱਢਾ ਸਾਹਿਬ ਜੀ ਲਿਆ ਕਰਦੇ ਸਨ। ਇਸ ਤਰ੍ਹਾਂ ਦੀਆਂ ਰੌਣਕਾਂ ਵੇਖ ਕੇ ਸਹਾਰ ਨਾ ਸਕਿਆ। ਇੱਕ ਦਿਨ ਗੁਰੂ ਜੀ ਨੂੰ ਆ ਕੇ ਕਹਿਣ ਲੱਗਾ ਕਿ ਸਾਡੀ ਜ਼ਮੀਨ ਵਿੱਚ ਤੁਸੀਂ ਰਹਿੰਦੇ ਹੋ, ਕੁਝ ਏਵਜ ਸਾਨੂੰ ਦਿਆ ਕਰੋ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਤੁਹਾਡੇ ਪਿਤਾ ਨੇ ਤਾਂ ਕਦੇ ਕੁਝ ਮੰਗਿਆ ਨਹੀਂ, ਉਹਨਾਂ ਨੇ ਤਾਂ ਜਗ੍ਹਾ ਦਾਨ ਕੀਤੀ। ਤੁਸੀਂ ਗੁਰੂ ਘਰ ਗੁਰੂ ਕੇ ਲੰਗਰ ਚੋਂ ਪ੍ਰਸਾਦਾ ਛਕ ਜਾਇਆ ਕਰੋ। ਤਾਂ ਗੌਂਦੇ ਦਾ ਪੁੱਤਰ ਕਹਿਣ ਲੱਗਾ ਕਿ ਰੋਟੀਆਂ ਖਾਂਦਿਆਂ ਸਾਨੂੰ ਸ਼ਰਮ ਆਉਂਦੀ ਹੈ, ਸਾਨੂੰ ਤਾਂ ਚੜਾਵੇ ਵਿੱਚੋਂ ਅੱਧਾ ਚੜਾਵਾ ਹੀ ਚਾਹੀਦਾ ਹੈ। ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਪੈਸਿਆਂ ਦੀ ਆਸ ਨਾ ਰੱਖੋ, ਅਤੇ ਗੁਰੂ ਕਾ ਲੰਗਰ ਚੱਲਦਾ ਹੈ, ਨਾ ਅਸੀਂ ਕਿਸੇ ਦੀ ਪੂਜਾ ਲੈਂਦੇ ਹਾਂ ਤੇ ਨਾ ਹੀ ਕਿਸੇ ਨੂੰ ਪੂਜਾ ਦਾ ਧਨ ਦਿੰਦੇ ਹਾਂ। ਇਸੇ ਵਾਰਤਾ ਸੰਬੰਧੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ। ਸੁਨ ਸ੍ਰੀ ਅਮਰ ਕਹਿਓ ਤਿਨ ਫੇਰ, ਧਨੋ ਧਨ ਕੋ ਲੋਭ ਕਰਤ ਹੋ ਢੇਰ। ਗੁਰ ਕੇ ਸਦਨ ਮਿਲੇਗੀ ਦੇਗ, ਅਵਰ ਲੋਭ ਤਿਆਗੋ ਤੁਮ ਬੇਗ। ਕਾਹੇ ਤ੍ਰਿਸ਼ਨਾ ਅਧਿਕ ਕਰਤ ਹੋ, ਹਮ ਸੋ ਧਨ ਕੇ हेत अर्थ हो। ऐसे बहुत भई तकरार, उड़क दुष्ट करत के हार। कहत भय हम दिल्ली जावें, कर फरियाद तुम ते धन पावें। सतगुरु कहो खुशी सो करो, हम ते धन की आस न करो। गौंदे खत्री दा पुत्र जिहड़ा रिश्ते 'ਚ ਉਹਦਾ ਭਤੀਜਾ ਸੀ, ਉਹ ਕਹਿੰਦਾ ਜੀ ਤੁਸੀਂ ਮੈਨੂੰ ਚੜਾਵਾ ਨਹੀਂ ਦਿੰਦੇ ਤਾਂ ਮੈਂ ਦਿੱਲੀ ਜਾਵਾਂਗਾ, ਉੱਥੇ ਫਰਿਆਦ ਕਰਾਂਗਾ ਰਾਜੇ ਕੋਲੇ। ਤਾਂ ਸਤਿਗੁਰੂ ਜੀ ਕਹਿੰਦੇ ਤੇਰੀ ਖੁਸ਼ੀ ਹੈ, ਜਿਵੇਂ ਤੂੰ ਕਰਨਾ ਕਰ, ਪਰ ਧਾਨੇ ਤੈਨੂੰ ਦੇਣਾ। ਇਹ ਗੱਲ ਸੁਣ ਕੇ ਉੱਠ ਕੇ ਘਰ ਆ ਗਿਆ। ਇਸ ਦਾ ਇੱਕ ਨੌਕਰ ਜੋ ਮਰਵਾਇਆਂ ਦਾ ਪ੍ਰੋਤ ਸੀ, ਉਸਦੇ ਨੌਕਰ ਦੇ ਸਾਥੀਆਂ ਨੇ ਸਿਖਾ ਕੇ ਕਿਹਾ ਕਿ ਤੂੰ ਅਕਬਰ ਬਾਦਸ਼ਾਹ ਅੱਗੇ ਫਰਿਆਦ ਕਰ। ਜਦੋਂ ਅਕਬਰ ਕੋਲ ਫਰਿਆਦ ਕੀਤੀ ਤਾਂ ਸੁਣੀ ਨਾ। ਉਸੇ ਵੇਲੇ ਜਿਹੜਾ ਮੈਲੇ ਕੁਚੈਲੇ ਕੱਪੜੇ ਪਹਿਨ ਕੇ ਰਾਜ ਦਰਬਾਰ ਵਿੱਚ ਪਹੁੰਚਦਾ, ਉਸਦੇ ਦੁਖੀ ਜਾਣ ਕੇ ਫਰਿਆਦ ਸੁਣੀ ਜਾਂਦੀ ਸੀ। ਭਾਈ ਗੌਂਦੇ ਦੇ ਪੁੱਤਰ ਨੇ ਜੋ ਪਾਲਕ ਪੁੱਤਰ ਬਣਾਇਆ ਸੀ, ਉਸਨੇ ਮੈਲੇ ਕੁਚੈਲੇ ਕੱਪੜੇ ਪਾ ਕੇ ਅਕਬਰ ਦੇ ਅੱਗੇ ਫਰਿਆਦ ਕਰਨੀ ਚਾਹੀ। ਉਸੇ ਪ੍ਰਸੰਗ ਨੂੰ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਪਸ਼ਟ ਕਰਦੇ ਹਨ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿਨ ਵੇਮੁਖ ਵੇਮੁਖੈ ਨੂੰ ਪਾਇਆ। ਮਹਾਰਾਜ ਕਹਿੰਦੇ ਜੋ ਮੈਲ ਤੇ ਜੂਆਂ ਦੇ ਨਾਲ ਭਰਿਆ ਨੀਲੀਆਂ ਤੇ ਕਾਲੀਆਂ ਟਾਕੀਆਂ ਵਾਲਾ ਜੂਲਾ ਗੋਦੜਾ ਸੀ, ਉਹ ਉਹਨਾਂ ਬੇਮੁਖਾਂ ਮਰਵਾਇਆ ਨੇ ਮਿਲ ਕੇ ਗੌਂਦੇ ਦੇ ਭਤੀਜੇ ਬੇਮੁਖ ਤਾਈ ਅਕਬਰ ਕੋਲ ਫਰਿਆਦ ਕਰਨ ਲਈ ਗਲ ਵਿੱਚ ਪਾ ਦਿੱਤਾ। ਪਾਸ ਨਾ ਦੇ ਕੋਈ ਬੈਣ ਜਗਤ ਮੈਂ, ਗੂਹ ਪੜ ਸਗਬੀ ਮਲ ਲਾਏ ਮਨਮੁਖ ਆਇਆ। ਸੰਸਾਰ ਵਿੱਚ ਉਸ ਨੂੰ ਗੁਰੂ ਦਾ ਨਿੰਦਕ ਜਾਣ ਕੇ ਕੋਈ ਵੀ ਕੋਲ ਬੈਠਣ ਨਹੀਂ ਦਿੰਦਾ। ਉਸ ਵੇਲੇ ਅਕਬਰ ਨੇ ਇਹਦੇ ਸਿਰ ਤੇ ਗੰਦਗੀ ਦੇ ਟੋਕਰੇ ਪਵਾਣੇ ਕੀਤੇ, ਸਗੋਂ ਉਲਟੀ ਮੈਲ ਲਵਾ ਕੇ ਇਹ ਮਨਮੁਖ ਵਾਪਸ ਆ ਗਿਆ। ਪਰਾਈ ਜੋ ਨਿੰਦਾ ਚੁਗਲੀ ਨਾ, ਬੇਮੁਖ ਕਰਕੇ ਭੇਜਿਆ। ਉੱਥੇ ਪੀਮੋ ਕਾਲਾ ਦੁਆ ਬੇਮੁਖਾਂ ਦਾ ਕਰਾਇਆ। ਜਿਹੜਾ ਮਰਵਾਇਆ ਨੇ ਗੌਂਦੇ ਦਾ ਭਤੀਜਾ ਗੁਰੂ ਦੇ ਤਾਈ ਬੇਮੁਖ ਕਰਕੇ ਪਰਾਈ ਅਮਾਨਤਾ ਤੇ ਪਿੱਠ ਪਿੱਛੇ ਬੁਰਾ ਕਰਨ ਲਈ ਸਲਾਹ ਦੇ ਕੇ ਭੇਜਿਆ ਸੀ। ਉਸ ਥਾਂ ਭਾਵ ਪਾਤਸ਼ਾਹ ਦੀ ਕਚਹਿਰੀ ਵਿੱਚ ਵੀ ਦੋਹਾਂ ਬੇਮੁਖਾਂ ਗੌਂਦੇ ਦੇ ਭਤੀਜੇ ਤੇ ਨੌਕਰ ਦਾ ਮੂੰਹ ਤਵੇ ਦੀ ਕਾਲਖ ਨਾਲ ਕਾਲਾ ਕਰਵਾਇਆ ਗਿਆ,
क्योंकि उत्ते अकबर की कचहरी विच गुरु घर का एक पठान श्रद्धालु सी। जदों गोंदे का भतीजा पुकार करन लई गया तो अकबर कहन लगा कि ये किस ते पुकार करता है। तो गुरु घर के श्रद्धालु पठान ने कहा कि बादशाह जी ये उन्हां गुरां ते पुकार करदा है जिन्हां दी किरपा नाल तुसीं चित्तौड़ दा किला फतेह कीता, जिन्हां दे चरनी आप जी गोबिंदवाल नंगे पैरी गए अते जिन्हां दे आप जी नूं अलोणे दलिए चों 36 प्रकार के भोजन का स्वाद आया सी, उन्हां ते फरियाद करदा है। ये गल सुन के अकबर ने सिपाही तो मार पवा के दोवां दे काले मूँह करके कचहरियों कढ़िया सी। इसे तरह जिहड़े संसार दे विच चुगली निंदा करते हैं वो भावें जिन्नी मर्जी चुगली निंदा कर लेवन पर उन्हां दे हमेशा ही मूँह काले रहिंदे हैं। वो किते भी वाह-वाही नहीं कर सकते क्योंकि उन्होंने चुगली निंदा करनी है। और जिहड़े चुगली निंदा करते हैं फिर उन्हां दा जिवें गौंदे दे पुत्र दा मूँह काला होया, नौकर दा मूँह काला होया, एवें ही फिर उन्हां दे मूँह काले हुंदे हन। तड़ सुनिया शब्द जगत विच पाई, बेमुख सणै नफरै पौली पाउंदी, फावा होए कै उठ कर आया। हे भरावो हे भाई, ये बचन सारे संसार विच तड़क सिगर तत्काल नाल सुनिया गया कि बेमुख गौंदे दा भतीजा समेत नौकर दे पौली किया गया जुत्तियां नूं, पाउंदी किया गया पैंदियां तो, फावा किया गया झल्ला। कहंदे नौकर ते जुत्तियां पैंदियां तो झल्ला बावला पागल भाव व्याकुल हो करके घर नूं उठ आया है। अग्गै संगति कुड़मी बेमुख जलना ना मिले, तां मोटी भतीजी फिर आन कर पाया। फिर अगे जदों घरे आया, अगे संगतां विच ते कुड़माचारी विच बेमुख गौंदे दे भतीजे नूं इकट्ठे होना भाव बैठना नहीं मिलिया। फिर झल्ला होया ब्यासा ते आके डिग पिया तां इसदी घरवाली भाव गौंदे दी नूंह ते भाई दी बेटी भतीजी ने रोगी होए नूं फिर घर लिया के मंजे ते पाउणा कीता। चुगली निंदा करन वाले नूं कोई मूँह नहीं लांदा क्योंकि उन्होंने पता है कि इसने किसी ने किसी की चुगली करनी है। हलत पलत दो वह गए नित भूखा कूके ती आया, उसदा ये लोक परलोक दोने निष्फल गए चले गए अते गले विच रोग होने करके अन्न जल कठिनता नाल अंदर जांदा सी, जिस करके निता प्रति भुखा प्यासा पुकारा करदा रहिंदा सी। तन तन स्वामी करता पुरख है, जिन न्याओ सच वह आप कराया। यो मालिक सिरजनहार अकाल पुरख धनता योग है, जिसने अकबर पातशाह दे हिरदे विच बैठ भाव प्रेर के सच्चा इंसाफ आप करावना कीता है। जो निंदा करे सतगुर पूरे की, सो साचै मार पचाया। जेड़ा मनुख पूरिया सतगुरां दी चुगली करता है वो सच्चे पातशाह ने मार के नरक विच पहुंचाउणा भाव खुआर करना कीता है। इहो अखर तिन आखिया जिन जगत सब उपाया। इहो न्याय दा उपदेश उस वाहिगुरु ने किया है जिसने सारा संसार आप पैदा किया है। सो जिहड़ा किसी दी चुगली निंदा करता है उसका भी गौंदे दे भतीजे मंगू बुरा हाल हुंदा है, क्योंकि उहदे कोले कोई ना कोई खड़दा है ना कोई बैठदा है, क्योंकि उसने पता ही हुंदा कि इन्हें चुगली करनी है
ਕਿਸੇ ਨੇ ਕਿਸੇ ਦੇ ਪਰਥਾਏ ਮਾੜਾ ਚੰਗਾ ਬੋਲਣਾ ਹੈ। ਇਸ ਲਈ ਜਿਹੜੇ ਚੁਗਲੀ ਨਿੰਦਾ ਕਰਦੇ ਹਨ ਉਹਨਾਂ ਦਾ ਉਹ ਇਸ ਸੰਸਾਰ ਤੋਂ ਵੀ ਬੇਮੁਖ ਹੋ ਕੇ ਚਲੇ ਜਾਂਦੇ ਹਨ ਤੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਥਾਂ ਨਹੀਂ ਮਿਲਦੀ। ਔਰ ਇਹਨਾਂ ਪੰਕਤੀਆਂ ਦਾ ਦੂਜਾ ਅਰਥ ਹੈ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿਨ ਬੇਮੁਖ ਬੇਮੁਖੈ ਨੋ ਪਾਇਆ। ਇਹ ਸਰੀਰ ਅਵਿਦਿਆ ਰੂਪੀ ਮੈਲ ਤੇ ਆਸਾ ਤ੍ਰਿਸ਼ਨਾ ਰੂਪੀ ਜੂਆਂ ਨਾਲ ਭਰਿਆ ਹੋਇਆ ਹੈ। ਅਗਿਆਨ ਰੂਪੀ ਕਲੰਕ ਦੀ ਨਿਆਈ ਨੀਲੀਆਂ ਤੇ ਪਾਪਾਂ ਦੀ ਨਿਆਈ ਕਾਲਾ ਖਿਦੋਲੜਾ ਭਾਵ ਝੂਲਾ ਉਸ ਬੇਮੁਖ ਮਨ ਤੇ ਬੇਮੁਖ ਜੀਵ ਦੇ ਗਲ ਤਾਈਂ ਪਾ ਛੱਡਿਆ ਹੈ। ਪਾਸ ਨਾ ਦੇ ਕੋਈ ਬਹਿਣ ਜਗਤ ਮੈਂ, ਗੋਪਾਲ ਸਗਵੀ ਮਲ ਲਾਏ ਮਨਮੁਖ ਪਾਇਆ। ਮਨਮੁਖ ਆਇਆ ਸੰਸਾਰ ਵਿੱਚ ਕੁਸੰਗੀ ਪੁਰਖ ਨੂੰ ਗੁਰਮੁਖ ਜਨ ਆਦ ਕੋਈ ਵੀ ਕੋਲ ਬੈਠਣ ਨਹੀਂ ਦਿੰਦਾ। ਕੁਸੰਗੀ ਨੂੰ, ਮਨਮੁਖ ਨੂੰ ਔਰ ਜਿਹੜੇ ਚੁਗਲੀ ਨਿੰਦਿਆ ਕਰਦੇ ਹਨ ਉਹਨਾਂ ਨੂੰ ਕੋਈ ਪਾਸ ਨਹੀਂ ਬੈਠਣ ਦਿੰਦਾ। ਕਿਉਂ? ਉਸ ਤੇ ਲਾਲਤਾ ਰੂਪੀ ਗੰਦਗੀ ਪੈਂਦੀ ਹੈ। ਸਗੋਂ ਅੱਗੇ ਨਾਲੋਂ ਵੱਧ ਮੈਲ ਲਾ ਕੇ ਮਨਮੁਖ ਸੰਸਾਰ ਵਿੱਚ ਜਨਮ ਧਾਰ ਕੇ ਆਉਂਦਾ ਹੈ। ਪਰਾਈ ਜੋ ਨਿੰਦਾ ਚੁਗਲੀ ਨੋ ਬੇਮੁਖ ਕਰਕੇ ਭੇਜਿਆ, ਉਥੇ ਪੀਮੋ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਇਉਂ ਜੋ ਪਰਾਈ ਬਦਨਾਮੀ ਕਰਕੇ ਤੇ ਚੁਗਲੀ ਕਰਕੇ ਮਨ ਰੂਪੀ ਨਫਰ ਨੇ ਬੇਮੁਖ ਭੇਜੇ ਹਨ, ਉਥੇ ਮਨ ਤੇ ਜੀਵ ਦੋਨਾਂ ਬੇਮੁਖਾਂ ਦਾ ਦਰਗਾਹ ਵਿੱਚ ਮੂੰਹ ਕਾਲਾ ਕਰਵਾਇਆ ਜਾਣਾ ਹੈ। ਤਲ ਸੁਣਿਆ ਸਬਤ ਜਗਤ ਵਿੱਚ ਪਾਈ, ਬੇਮੁਖ ਸਣੈ ਨਫਰੈ ਭੋਲੀ ਪਾਉਂਦੀ, ਫਾਵਾ ਹੋਏ ਕੈ ਉੱਠ ਕਰ ਆਇਆ। ਹੇ ਭਰਾਵੋ, ਹੇ ਭਾਈ, ਇਹ ਤੜਕ ਭਾਵ ਸਿਗਰ ਸਾਰੇ ਜਗਤ ਵਿੱਚ ਸੁਣਿਆ ਗਿਆ ਕਿ ਬੇਮੁਖ ਜੀਵ ਸਮੇਤ ਨੌਕਰ ਦੀ ਨਿਆਈ ਮਨ ਤੇ ਲਾਹਣਤਾਂ ਰੂਪੀ ਜੁੱਤੀਆਂ ਪੈਂਦੀਆਂ ਹਨ। ਇਸੇ ਪ੍ਰਕਾਰ ਝੱਲਾ ਵਿਆਕੁਲ ਹੋ ਕੇ ਉੱਠ ਕੇ ਸੰਸਾਰ ਰੂਪੀ ਘਰ ਵਿੱਚ ਦੁਬਾਰਾ ਆ ਗਿਆ ਹੈ। ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੈ, ਤਾਂ ਬੌਟੀ ਪਤੀ ਜੀ ਫਿਰ ਆਣ ਕਰ ਪਾਇਆ। ਫਿਰ ਇਹ ਜਿਹੇ ਪੁਰਸ਼ਾਂ ਨੂੰ ਅੱਗੇ ਸੰਗਤਾਂ ਕੌਣ ਹਨ? ਸਤ ਸੰਤੋਖ ਆਦਿਕ ਗੁਣ ਸੰਗਤ ਹੈ ਤੇ ਹਿਰਦੇ ਦੇ ਅੰਦਰ ਜਿਹੜਾ ਪ੍ਰੇਮ ਹੈ ਇਹ ਕੁੜਮਾਚਾਰੀ ਦੀ ਨਿਆਈ ਹੈ। ਇਹਨਾਂ ਸੁਭ ਗੁਣਾਂ ਦੇ ਨਾਲ ਬੇਮੁਖ ਜੀਵ ਅਭੇਦ ਹੋਣਾ ਭਾਵ ਮਿਲਣਾ ਨਹੀਂ ਆਉਂਦਾ, ਮਿਲਣਾ ਨਹੀਂ ਪਾਉਂਦਾ ਤੇ ਫਿਰ ਬੌਟੀ ਰੂਪੀ ਕੁਮਤੀ ਕੁਬੁੱਧੀ ਤੇ ਈਰਕਾ ਰੂਪੀ ਭਤੀਜੀ ਨੇ ਫਿਰ ਇਸ ਨੂੰ ਲਿਆ ਕੇ ਜੂਨਾ ਰੂਪੀ ਘਰ ਭਾਵ ਗਰਭ ਵਿੱਚ ਪਾਉਣਾ ਕੀਤਾ ਹੈ। ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ। ਇਸ ਪ੍ਰਕਾਰ ਲੋਕ ਪਰਲੋਕ ਦੋਵੇਂ ਨਿਸ਼ਫਲ ਹੀ ਚਲੇ ਗਏ ਅਤੇ ਹਮੇਸ਼ਾ ਆਸਾਂ ਦਾ ਮਾਰਿਆ ਭੁੱਖਾ ਤੇ ਤ੍ਰਿਸ਼ਨਾ ਦਾ ਗਰਸਿਆ ਹੋਇਆ ਤਿਹਾਇਆ ਕੂਕਦਾ ਰਹਿੰਦਾ ਹੈ। ਤਨ ਤਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਤਨ ਤਨ ਮਾਲਕ ਜਗਤ ਦਾ ਕਰਤਾ ਰਚਨਹਾਰ ਪੂਰਨ ਹੈ, ਜਿਸ ਸੱਚੇ ਨੇ ਸਾਰਿਆਂ ਦੇ ਹਿਰਦੇ ਵਿੱਚ ਬੈਠ ਕੇ ਇਹ ਇਨਸਾਫ ਆਪ ਕਰਾਉਣਾ ਕੀਤਾ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ। ਜੋ ਪੂਰਨ ਸਤਿਗੁਰਾਂ ਦੀ ਚੁਗਲੀ ਕਰਦਾ ਹੈ ਉਹ ਸੱਚੇ ਪਰਮੇਸ਼ਰ ਨੇ ਮਾਰ ਕੇ ਜੂਨਾਂ ਵਿੱਚ ਸਾੜਿਆ ਹੈ। ਇਹੋ ਅਕਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਇਹੋ ਉਪਦੇਸ਼ ਉਹਨਾਂ ਬ੍ਰਹਮ ਰੂਪ ਸਤਿਗੁਰਾਂ ਨੇ ਕਿਹਾ ਹੈ, ਜਿਨ੍ਹਾਂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਮਹੱਲਾ ਚੌਥਾ। ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਇਸ ਦਾ ਨਫਰ ਕਿਤੋਂ ਰਜ ਖਾਏ। ਮਹਾਰਾਜ ਕਹਿੰਦੇ ਜਿਸ ਦਾ ਮਾਲਕ ਭਾਵ ਮਰਵਾ ਆਪ ਨੰਗਾ ਭੁੱਖਾ ਭਾਵ ਕੰਗਾਲ ਹੋਵੇ,
ਤਾਂ ਉਸ ਦਾ ਨੌਕਰ ਕਿੱਥੋਂ ਰੱਜ ਕੇ ਖਾ ਸਕਦਾ ਹੈ। ਭਾਵ ਮਰਵਾਇਆ ਨੂੰ ਗੁਰਾਂ ਤੇ ਸਰਦਾ ਨਾ ਹੋਵੇ ਤਾਂ ਉਸ ਦੇ ਨੌਕਰ ਨੂੰ ਕਿਵੇਂ ਸਰਦਾ ਹੋ ਸਕਦੀ ਹੈ। ਸਾਹਿਬ ਤਪਾ ਆਪ ਨੰਗਾ ਭੁੱਖਾ ਹੋਵੇ ਤਾਂ ਉਸ ਤਪੇ ਦੇ ਨੌਕਰ ਮਰਵਾਏ ਕਿੱਥੋਂ ਰੱਜ ਕੇ ਖਾ ਸਕਦੇ ਹਨ। ਭਾਵ ਜਦੋਂ ਤਪੇ ਨੂੰ ਗੁਰੂ ਤੇ ਸਰਦਾ ਨਹੀਂ ਤਾਂ ਮਰਵਾਇਆ ਨੂੰ ਕਿਵੇਂ ਹੋ ਸਕਦੀ ਹੈ। ਜਿਸ ਦਾ ਗੁਰੂ ਪਖੰਡ ਕਰਦਾ ਫਿਰੇ, ਆਪ ਸ਼ੁਭ ਗੁਣਾ ਰੂਪੀ ਵਸਤਰਾਂ ਤੋਂ ਬਿਨਾਂ ਨੰਗਾ ਹੋਵੇ, ਭਾਵ ਜਿਸ ਕੋਲ ਪਰਮੇਸ਼ਰ ਦੀ ਸਿਫਤ ਰੂਪੀ ਸ਼ਰਮ ਰੂਪੀ ਕੱਪੜਾ ਨਹੀਂ, ਉਹ ਨੰਗਾ ਹੈ ਅਤੇ ਪਰਮੇਸ਼ਰ ਦੇ ਨਾਮ ਦੀ ਭੁੱਖ ਨਹੀਂ ਲੱਗੀ, ਅਤੇ ਪਦਾਰਥਾਂ ਤੇ ਆਸਾ ਰੂਪ ਭੁੱਖ ਕਰਕੇ ਭੁੱਖਾ ਹੈ। ਉਸ ਦਾ ਜਿਹੜਾ ਨੌਕਰ ਭਾਵ ਸੇਵਕ ਬਣਿਆ ਹੋਵੇ, ਉਹ ਕਿਤੋਂ ਬ੍ਰਹਮਾਨੰਦ ਰੂਪੀ ਖੁਰਾਕ ਨੂੰ ਤ੍ਰਿਪਤ ਹੋ ਕੇ ਖਾ ਸਕਦਾ ਹੈ? ਨਹੀਂ ਖਾ ਸਕਦਾ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰਜ ਖਾਏ। ਜੇ ਸਾਹਿਬ ਕੈ ਕਰਬਤ ਹੋਵੇ, ਸੋ ਨਫਰੈ ਹੱਥ ਆਵੇ, ਅਣਹੋਂਦੀ ਕਿਤੋਂ ਪਾਈ। ਜੇਕਰ ਮਾਲਕ ਭਾਵ ਮਰਵਾਇਆਂ ਦੇ ਘਰ ਵਸਤੂ ਹੁੰਦੀ ਤਾਂ ਹੀ ਉਹ ਨੌਕਰ ਦੇ ਹੱਥ ਵਿੱਚ ਆਉਂਦੀ। ਅਣਹੋਈ ਉਹ ਕਿੱਥੋਂ ਪਾ ਲੈਂਦਾ। ਜੇਕਰ ਮਾਲਕ ਦੇ ਘਰ ਤਾਈਂ ਵਸਤੂ ਹੋਵੇ, ਕੋਈ ਨੌਕਰ ਦੇ ਹੱਥ ਆਉਂਦੀ ਹੈ। ਨਾ ਹੁੰਦੀ ਵਸਤੂ ਕਿੱਥੋਂ ਪਾ ਲਵੇਗਾ? ਕਿੱਥੋਂ ਪਾ ਸਕਦਾ ਹੈ? ਭਾਵ ਨਹੀਂ ਪਾ ਸਕਦਾ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ। ਜਿਸ ਦੀ ਸੇਵਾ ਕੀਤੀ ਮੁੜ ਕੇ ਹਿਸਾਬ ਕਿਤਾਬ ਮੰਗਿਆ ਜਾਵੇ, ਉਹ ਸੇਵਾ ਕੀਤੀ ਅੰਤ ਨੂੰ ਦੁਖਦਾਇਕ ਹੁੰਦੀ ਹੈ। ਨਾਨਕ ਸੇਵਾ ਕਰੂ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨ ਕੋਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਰੂਪ ਸਤਿਗੁਰੂ ਜੀ ਦਾ ਦੀਦਾਰ ਸਹਿਤ ਫਲਦੇ ਹੈ। ਉਹਨਾਂ ਦੀ ਟਹਿਲ ਕਰੋ ਤਾਂ ਮੁੜ ਕੇ ਕੋਈ ਲਿਖਿਆ ਹੋਇਆ ਹਿਸਾਬ ਨਹੀਂ ਮੰਗੇਗਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹਰੀ ਵਾਹਿਗੁਰੂ ਰੂਪ ਸਤਿਗੁਰੂ ਜੀ ਦਾ ਦੀਦਾਰ ਸਹਿਤ ਫਲਦੇ ਹੈ। ਉਹਨਾਂ ਦੀ ਟਹਿਲ ਸੇਵਾ ਕਰੋ ਤਾਂ ਮੁੜ ਕੇ ਕੋਈ ਲਿਖਿਆ ਹੋਇਆ ਹਿਸਾਬ ਨਹੀਂ ਮੰਗੇਗਾ। ਪੌੜੀ ਨਾਨਕ ਵਿਚਾਰੈ ਸੰਤ ਜਾਨ, ਚਾਰ ਵੇਦ ਕਹੰਦੇ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸੰਤ ਜਨ ਭਾਵ ਕਿ ਮਹਾਤਮਾ ਜਨ ਇਸ ਗੱਲ ਨੂੰ ਵਿਚਾਰਦੇ ਹਨ ਅਤੇ ਚਾਰੇ ਵੇਦ ਵੀ ਇਹੋ ਹੀ ਕਥਨ ਕਰਦੇ ਹਨ। ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ। ਜੋ ਭਗਤ ਜਨ ਮੂੰਹ ਤੋਂ ਵਚਨ ਬੋਲਦੇ ਹਨ, ਉਹ ਵਾਕ ਪੂਰੇ ਹੁੰਦੇ ਹਨ। ਪ੍ਰਗਟ ਪਹਾਰਾ ਜਪਦਾ, ਸਭ ਲੋਕ ਸੁਣੰਦੇ। ਅਤੇ ਸੰਸਾਰ ਰੂਪ ਪਸਾਰੇ ਵਿਸਤਾਰ ਵਿੱਚ ਉਹ ਪ੍ਰਤੱਖ ਜਾਣੀਦੇ ਹਨ ਅਤੇ ਸਾਰੇ ਲੋਕ ਉਹਨਾਂ ਦੀ ਸੋਭਾ ਸੁਣਾਉਂਦੇ ਹਨ। ਸੁਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਕਹੰਦੇ। ਵੇਦ ਅਤੇ ਸੰਤ ਇਹ ਗੱਲ ਕਹਿੰਦੇ ਹਨ ਕਿ ਜੋ ਮੂਰਖ ਪੁਰਸ਼ ਅਜੇ ਬੰਦਗੀ ਵਾਲਿਆਂ ਮਹਾਤਮਾ ਸਾਥ ਕਹਿੰਦੇ ਭਾਵ ਕੁਵਚਨ ਬੋਲਦੇ ਹਨ, ਉਹ ਕਦੇ ਵੀ ਸੁੱਖ ਨਹੀਂ ਪਾਉਂਦੇ। ਜਿਹੜੇ ਬੰਦਗੀ ਕਰਨ ਵਾਲਿਆਂ, ਨਾਮ ਜਪਣ ਵਾਲਿਆਂ ਮਹਾਪੁਰਸ਼ਾਂ ਦੇ ਨਾਲ ਕੋਈ ਬੁਰਾ ਵਿਵਹਾਰ ਕਰਦਾ ਹੈ, ਮਾੜੇ ਵਚਨ ਬੋਲਦੇ ਹਨ, ਉਹ ਕਦੇ ਵੀ ਸੁੱਖ ਨਹੀਂ ਪਾਉਂਦੇ। ਹੋਏ ਲੋਚਨ ਉਹਨਾਂ ਗੁਣਾਂ ਨੂੰ, ਹੋਏ ਅਹੰਕਾਰ ਸੜੰਦੇ। ਉਹ ਸੰਤ ਜਨ ਤਾਂ ਚਾਹੁੰਦੇ ਹਨ ਕਿ ਉਹਨਾਂ ਮੂਰਖ ਤਾਈਂ ਸ਼ੁਭ ਗੁਣਾ ਆ ਜਾਣ, ਭਾਵ ਕਿ ਨਿਮਰਤਾ ਤੇ ਗਰੀਬੀ ਆ ਜਾਵੇ, ਪਰ ਉਹ ਮਨਮੁਖ ਹੰਕਾਰ ਵਿੱਚ ਹੀ ਸੜਦੇ ਭਾਵ ਵਲਦੇ ਰਹਿੰਦੇ ਹਨ। ਓਏ ਵਿਚਾਰੇ ਕਿਆ ਕਰੈ, ਜਾਂ ਭਾਗ ਤੁਰ ਮੰਦੇ। ਉਹ ਵਿਚਾਰੇ ਮੂਰਖ ਤੁੱਛ ਜੀਵ ਕੀ ਕਰ ਸਕਦੇ ਹਨ, ਜਿਨ੍ਹਾਂ ਦੇ ਮੁੱਢ ਤੋਂ ਹੀ ਕਰਮ ਭੈੜੇ ਹਨ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨ ਸੰਦੇ। ਜਿਹੜੇ ਪੁਰਸ਼
ਉਸ ਪਰਮੇਸ਼ਰ ਨੇ ਬੇਮੁਖ ਜਾਣ ਕੇ ਮਾਰੇ ਭਾਵ ਜੂਨਾਂ ਵਿੱਚ ਪਾ ਦਿੱਤੇ ਹਨ। ਉਹ ਕਿਸੇ ਗੁਰੂ ਪੀਰ ਦੇ ਨਹੀਂ ਹਨ। ਸੰਦੇ ਤੋਂ ਭਾਵੈ ਸੰਤ ਤੋਂ ਭਾਵ ਭਲੀ ਪ੍ਰਕਾਰ ਕਿਸੇ ਦੇ ਵੀ ਨਹੀਂ ਹਨ। ਅਜੇ ਮਨਮੁਖ ਜਿਹੜੇ ਪੁਰਸ਼ ਉਸ ਪਰਮੇਸ਼ਰ ਨੇ ਬੇਮੁਖ ਜਾਣ ਕੇ ਮਾਰੇ ਭਾਵ ਜੂਨਾਂ ਵਿੱਚ ਪਾ ਦਿੱਤੇ ਹਨ, ਉਹ ਕਿਸੇ ਗੁਰੂ ਪੀਰ ਦੇ ਨਹੀਂ ਹਨ। ਇਤਕੇ ਨਾ ਉਤਕੇ ਵਿੱਚੇ ਖਾਂਦੇ ਕੁੱਤਕੇ। ਫਿਰ ਉਹਨਾਂ ਦਾ ਇਹ ਹਾਲ ਹੁੰਦਾ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਜਿਹੜੇ ਮਹਾਂਪੁਰਸ਼ਾਂ ਨਾਲ, ਮਹਾਤਮਾ ਜਨਾਂ ਨਾਲ, ਨਾਮ ਜਪਣ ਵਾਲਿਆਂ ਨਾਲ ਈਰਖਾ ਦਵੈਕ ਰੱਖਦੇ ਹਨ, ਮਾੜੇ ਬਚਨ ਬੋਲਦੇ ਹਨ। ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਮਹਾਰਾਜ ਕਹਿੰਦੇ ਜਿਹੜੇ ਵੈਰ ਤੋਂ ਰਹਿਤ ਸਤਿਗੁਰਾਂ ਦੇ ਨਾਲ ਭਾਵ ਸਾਥ ਭਾਵ ਵਿਰੋਧ ਕਰਦੇ ਹਨ, ਉਹ ਧਰਮ ਰਾਜੇ ਦੇ ਇਨਸਾਫ ਅਨੁਸਾਰ ਪਚੰਦੇ ਤੋਂ ਭਾਵ ਹੈ ਸਾੜੇ ਜਾਂਦੇ ਹਨ, ਭਾਵ ਨਰਕਾਂ ਵਿੱਚ ਸਾੜੇ ਜਾਣਗੇ। ਧਰਮ ਦੇ ਨਿਆਏ ਅਨੁਸਾਰ ਖਰਾਬ ਹੁੰਦੇ ਹਨ। ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ। ਜਿਹੜੇ ਜਿਹੜੇ ਪੁਰਖ ਸਾਤ ਆਤਮਾ ਮਹਾਤਮਾ ਦੇ ਸਰਾਪੇ ਭਾਵ ਬੇਮੁਖ ਜਾਣ ਕੇ ਫਿਟਕਾਰੇ ਹੋਏ ਹਨ, ਉਹ ਜੂਨਾਂ ਵਿੱਚ ਭਰਮਦੇ ਫਿਰਦੇ ਹਨ। ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ। ਜਿਸ ਪ੍ਰਕਾਰ ਜਿਵੇਂ ਬਿਰਛ ਮੁੱਢ ਤੋਂ ਕੱਟਿਆ ਭਾਵ ਵੱਢਿਆ ਜਾਵੇ ਤਾਂ ਉਸ ਦੇ ਡਾਲੀਆਂ ਟਾਹਣੀਆਂ ਵੀ ਨਾਲ ਹੀ ਸੁੱਕ ਜਾਂਦੀਆਂ ਹਨ। ਇਸੇ ਤਰ੍ਹਾਂ ਪੇੜ ਮੁੰਡਾਹੂ ਕੱਟਿਆ, ਤਪੇ ਦੇ ਹਿਰਦੇ ਵਿੱਚ ਸਰਦਾ ਨਹੀਂ ਸੀ ਤਾਂ ਉਸ ਦੇ ਅਨੁਸਾਰ ਚੱਲਣ ਵਾਲੇ ਜੋ ਡਾਲ ਦੀ ਨਿਆਈ ਮਰਵਾਏ ਸਨ ਉਹ ਵੀ ਆਪਣੇ ਆਪ ਹੀ ਸੁੱਕ ਜਾਣੇ ਹਨ, ਭਾਵ ਨਿਸਤਰਕ ਹੋ ਜਾਣਗੇ। ਦੂਸਰਾ ਅਰਥ ਇਸੇ ਪ੍ਰਕਾਰ ਬਿਰਛ ਦੀ ਨਿਆਈ ਸਰੀਰ ਹੈ ਅਤੇ ਜਿਨ੍ਹਾਂ ਦੇ ਸਾਹਾਂ ਨੂੰ ਮੁੱਢ ਤੋਂ ਹੀ ਵੱਢਿਆ ਭਾਵ ਖਤਮ ਕੀਤਾ ਜਾਂਦਾ ਹੈ, ਉਹਨਾਂ ਦੇ ਜਿਹੜੇ ਲੋਕ ਪਰਲੋਕ ਦੇ ਅੱਗੇ ਸੁੱਖ ਹਨ ਉਹ ਸਭ ਟਾਹਣੀਆਂ ਦੀ ਨਿਆਈ ਸੁੱਕ ਜਾਣਗੇ। ਪੁੰਨਾ ਰੂਪੀ ਬਿਰਛ ਜਿਨ੍ਹਾਂ ਦਾ ਮੁੱਢ ਤੋਂ ਕੱਟਿਆ ਗਿਆ ਹੈ, ਉਹਨਾਂ ਦੇ ਲੋਕ ਪਰਲੋਕ ਸੁੱਖ ਡਾਲੀਆਂ ਦੀ ਨਿਆਈ ਸੁੱਕ ਜਾਂਦੇ ਹਨ। ਜਿਨ੍ਹਾਂ ਨੇ ਸਰਦਾ ਰੂਪੀ ਬਿਰਛ ਨੂੰ ਮੁੱਢ ਤੋਂ ਕੱਢ ਦਿੱਤਾ ਹੈ, ਉਹਨਾਂ ਦੇ ਤਾਈ ਗਿਆਨ ਰੂਪੀ ਡਾਲੇ ਕਿੱਥੇ ਲੱਗਣਗੇ, ਭਾਵ ਉਹਨਾਂ ਦੀਆਂ ਸ਼ੁਭ ਗੁਣਾ ਰੂਪੀ ਟਾਹਣੀਆਂ ਸੁੱਕ ਜਾਂਦੀਆਂ ਹਨ। ਔਰ ਤੀਸਰਾ ਅਰਥ ਜਿਨ੍ਹਾਂ ਨੇ ਬਿਰਛ ਦੀ ਨਿਆਈ ਸਰਦਾ ਆਪਣੇ ਅੰਤःਕਰਨ ਦੇ ਅੰਦਰੋਂ ਮੁੱਢ ਤੋਂ ਕੱਢ ਦਿੱਤੀ ਹੈ, ਉਹਨਾਂ ਨੂੰ ਮੁਕਤ ਰੂਪੀ ਡਾਲੀਆਂ ਕਿਤੋਂ ਲੱਗਣਗੀਆਂ, ਉਹ ਸਭ ਸੁੱਕ ਜਾਣਗੀਆਂ। ਸ਼ਲੋਕ ਮਹੱਲਾ ਚੌਥਾ। ਅੰਤਰ ਹਰ ਗੁਰ ਧਿਆਈਂਦਾ ਵੱਡੀ ਵਡਿਆਈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਅਮਰਦਾਸ ਸਾਹਿਬ ਜੀ ਹਿਰਦੇ ਵਿੱਚ ਹਰੀ ਵਾਹਿਗੁਰੂ ਨੂੰ ਧਿਆਉਂਦੇ ਹਨ। ਸਤਿਗੁਰੂ ਜੀ ਆਪ ਅੰਦਰੋਂ ਹਰੀ ਵਾਹਿਗੁਰੂ ਦਾ ਰੂਪ ਗੁਰੂ ਸਰੂਪ ਹਨ ਤੇ ਫਿਰ ਆਪ ਹੀ ਆਪਣੇ ਸਰੂਪ ਨੂੰ ਧਿਆਨ ਦੁਆਰਾ ਧਿਆਉਣਾ ਕਰਦੇ ਹਨ। ਇਸ ਕਰਕੇ ਸਤਿਗੁਰਾਂ ਦੀ ਸਾਰੇ ਸੰਸਾਰ ਦੇਵੀ ਦੇਵਤਿਆਂ ਤੋਂ ਮਹਿਮਾ ਵੱਡੀ ਹੈ। ਗੁਰ ਜੈਸਾ ਨਾਹੀ ਕੋ ਦੇਵ, ਤੁਸ ਦਿੱਤੀ ਪੂਰੈ ਸਤਿਗੁਰੂ, ਕਟੈ ਨਾਹੀ ਇਕ ਤਿਲ ਕਿਸੇ ਦੀ ਕਟਾਈ। ਪੂਰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰਸੰਨ ਹੋ ਕੇ ਵਡਿਆਈ ਦਿੱਤੀ ਹੈ। ਇਸ ਕਰਕੇ ਇੱਕ ਤਿਲ ਮਾਤਰ ਭਾਵ ਰੰਚਕ ਮਾਤਰ ਵੀ ਨਿੰਦਿਆ ਕਰਕੇ ਕਿਸੇ ਦੀ ਘਟਾਈ ਹੋਈ ਵਡਿਆਈ ਘਟਦੀ ਨਹੀਂ ਹੈ। ਸੱਚ ਸਾਹਿਬ ਸਤਿਗੁਰ ਕੈ ਬਲ ਹੈ, ਤਾਂ ਚੱਕ ਚੱਕ ਮਰੈ ਸਭ ਲੋਕਾਈ। ਸੱਚਾ ਮਾਲਕ ਪਰਮੇਸ਼ਰ ਵਾਹਿਗੁਰੂ ਸਤਿਗੁਰਾਂ ਜੀ ਦੇ ਤਰਫ ਹੈ ਤਾਂ ਨਿੰਦਿਆ ਕਰਨ ਵਾਲੀ ਸਾਰੀ ਦੁਨੀਆ ਝੱਖਾਂ ਭਾਵ ਖੱਪ ਖੱਪ ਕੇ ਮਰ ਰਹੀ ਹੈ। ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤਾ ਆਪ ਵਧਾਈ। ਨਿੰਦਕ ਪੁਰਸ਼ ਦੇ ਨਿੰਦਿਆ ਕਰਨੇ ਕਰਕੇ ਪਰਮੇਸ਼ਰ ਨੇ ਉਹਨਾਂ ਦੇ ਮੂੰਹ ਕਲੰਕਤ ਭਾਵ ਕਾਲੇ ਕੀਤੇ ਹਨ ਅਤੇ ਸੰਸਾਰ ਵਿੱਚ ਹਰੀ ਵਾਹਿਗੁਰੂ ਰਚਨਹਾਰ ਨੇ
सतगुरां दी वडियाई आप ਵਧਾਉਣਾ ਕੀਤੀ है। ज्यों ज्यों निंदक निंद करे त्यों त्यों नित नित चढ़ै सवाई। जिमें जिमें निंदिया करन वाले पुरुष सतगुरां दी बदनामी करते हैं, तिवें तिवें सतगुरां दी वडियाई नीता प्रति भाव रोज ब रोज दिन चौगुण बहुती चढ़ रही है, भाव बढ़ती जा रही है। जन नानक हर आराध्या तिन पैरी आन सपाई। सतगुरु जी कथन करते हैं कि जिन्हां गुरमुख जनां ने हरि वाहिगुरू नूं भावना नाल ध्याना कीता है, उन्हां सतगुरां दे अकाल पुरख ने सारी सृष्टि लिया के चरनी पाउना कीती है। महला चौथा सतगुर सेती गणत जे रखै हलत पलत सब तिसका गया। जिहड़ा सतगुरां नाल गिणती रखदा है कि इतनी सेवा करनी है, वाधू नहीं करनी, मैं इन्ने साधन कीते हैं, मैनू सेवा का मुल मिलना चाहिए है। यों अपने आप नूं जताउण रूप गिणती मिणती रखदा है। उसका अहंकार करके लोक परलोक सारा कुछ निष्फल ही चला गया है। ये नित चईयां पाए चग्गू सुट्टे झकदा झकदा झड़ गया झड़ पिया। जिमें गौंदे दा भतीजा पदार्थां दे लोभ करके निता प्रति कचहरियां पा के मूँह विच निंदिया रूपी फेन झग सुटदा रहिंदा सी, पर अंत झकदा झकदा भाव झड़दे झड़दे भाव खपदे खपदे नूं मौत नाल फसना पिया। भाव बेअर्थ निंदिया रूपी बचन बोलदा बोलदा अंत नूं अपनी जिंदगी वल्लों हथ झाड़ के डिग पिया। नितो पाप करे माया तन कारण अगला तन भी उड़ गया। हमेशा छल रूप कौड़ी रोकड़ी दौलत नूं एकत्र करन वास्ते यतन करदा रहिंदा सी। भाव जिवें श्री गुरु अमरदास साहिब जी तो मावला लैण लई गोंदे दा भतीजा यतन करदा सी, पर उसदा पहला धन भी कमाया हाकमां नूं वड्डियां देण विच उड़ गया। क्या ओ खट्टे क्या ओ खावै जिसे अंदर सहसा दुख पया। जिस दे हिरदे विच संसा ते जम्मण मरण दा कलेश पिया होया है, ओ पुरख की खटेगा अते की ओ पदार्थां नूं खावेगा। निरवैरा नाल जे वैर रचाए सब पाप जगतै का तिन सिर लिया। जेड़े वैर तो रहत सतगुरां साथ दुश्मनी रचाउंदे हन, उन्होंने सारे संसार का गुनाह अपने सिर उत्ते लै लिया है। सारे संसार का निंदिया रूपी बोझ सिर ते लै लिया है। सतगुर सबना का भला मनाइंदा तिसदा बुरा क्यों होए। वो अकाल पुरख सतगुरु सारियां दा भला मनाउंदा है। जे कोई उसका बुरा करता है उसका तो फिर ये लोक ते परलोक दोने बेअर्थ जाते हैं। उस अगे पिछे टोई नाही जिस अंदर निंदा मोह अंब पिया। उसनू परलोक विच अते पिछे इस लोक विच कोई आसरा नहीं मिलता। जिस दे हिरदे विच निंदिया होवे अते मूँह अंबिया अबिया भाव पक्या पिया होवे, जिवें अंब चुप्पी दा है, इसे प्रकार निंदक नूं निंदिया अंब दी न्याई मिठी ते प्यारी लगदी। जिस प्रकार अंब मूँह विच पिया होवे, अंब नाम पानी दा भी है। जिवें बै जां किसी रोग करके पानी मूँह चों निकलदा है, इसे प्रकार निंदिया रूपी पानी दे मूँह चों हर वक्त निकलदा रहिंदा। जे सोने नूं हथ पाए तां खेहू सेती रल गया। जेकर सवरण दे ताई वो हाथ पा लवे कि इतों सोना मिलेगा, तो सुआह दे नाल उसदा हाथ रल जाता है। जे गुर की सरनी फिर वो आवे तां पिछले अवगुण बख्श लिया। जेकर वो मुड़ के पश्चाताप करके सतगुरु की सरनी ओट विच आ जावे तां कृपालू सतगुरु जी पहले किते गुनाह बख्श लैंदे हन। जल नानक अन दिन नाम ते आया
ਹਰ ਸਿਮਰਤ ਕਿਲ ਵਿਕ ਪਾਪ ਗਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਖ ਨੇ ਰਾਤ ਦਿਨੇ ਗੁਰਾਂ ਦੁਆਰਾ ਵਾਹਿਗੁਰੂ ਨਾਮ ਨੂੰ ਧਿਆਉਣਾ ਕੀਤਾ ਹੈ, ਉਸ ਦਾ ਹਰੀ ਵਾਹਿਗੁਰੂ ਦੇ ਨਾਮ ਨੂੰ ਸਿਮਰਨੇ ਕਰਕੇ ਰੋਗ ਅਤੇ ਗੁਨਾਹ ਦੂਰ ਹੋ ਗਿਆ ਹੈ। ਪੌੜੀ ਤੂੰ ਐ ਸੱਚਾ ਸੱਚ ਤੂੰ ਸ਼ਬਦ ਉੱਪਰ ਤੂੰ ਦੀਵਾਨ। हे ਪਰਮੇਸ਼ਰ ਵਾਹਿਗੁਰੂ, ਤੂੰ ਪਿੱਛੇ ਵੀ ਸੱਚ ਸਰੂਪ ਸੀ ਤੇ ਹੁਣ ਵੀ ਤੂੰ ਹੀ ਸੱਚਾ ਹੈ ਅਤੇ ਸਾਰਿਆਂ ਤੋਂ ਉੱਤੇ ਤੂੰ ਹੀ ਆਸਰਾ ਰੂਪ ਹੈ। ਆਪ ਜੀ ਦੀ ਸਾਧ ਸੰਗਤ ਰੂਪੀ ਸਭਾ ਸਾਰਿਆਂ ਤੋਂ ਉੱਪਰ ਹੈ। ਜੋ ਤੁਧ ਸੱਚ ਤੇ ਆਈਂਦੇ ਸੱਚ ਸੇਵਨ ਸੱਚੇ ਤੇਰਾ ਮਾਣ। ਜਿਹੜੇ ਸੱਚੇ ਪਾਤਸ਼ਾਹ ਤੁਹਾਨੂੰ ਧਿਆਉਂਦੇ ਹਨ ਅਤੇ ਨਿਸ਼ਚੈ ਕਰਕੇ ਸੱਚੇ ਪਰਮੇਸ਼ਰ ਤੇਰਾ ਚਿੰਤਨ ਕਰਦੇ ਹਨ, ਭਾਵ ਤੇਰੀ ਟਹਿਲ ਕਰਦੇ ਹਨ, ਉਹਨਾਂ ਨੂੰ ਸੱਚੇ ਵਾਹਿਗੁਰੂ ਤੇਰਾ ਆਸਰਾ ਹੈ, ਤੇਰੇ ਉੱਤੇ ਮਾਣ ਕਰਦੇ ਹਨ। ਤੁਹਾਡੇ ਘਰੋਂ ਵਡਿਆਈ ਪ੍ਰਾਪਤ ਹੁੰਦੀ ਹੈ। ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਦਾਨ। ਉਹਨਾਂ ਸੰਤਾਂ ਭਗਤਾਂ ਦੇ ਹਿਰਦੇ ਵਿੱਚ ਸੱਚੇ ਨਾਮ ਦੇ ਵਸਣੇ ਕਰਕੇ ਪਰਲੋਕ ਵਿੱਚ ਮੁਖੜੇ ਨਿਰਮਲੇ ਹੁੰਦੇ ਹਨ ਅਤੇ ਇੱਥੇ ਮਾਤ ਲੋਕ ਵਿੱਚ ਵੀ ਤੇਰਾ ਸੱਚ ਨਾਮ ਬੋਲਣੇ ਕਰਕੇ ਸੱਚੇ ਪਰਮੇਸ਼ਰ ਤੁਹਾਡਾ ਹੀ ਬਲ ਹੈ। ਉਹਨਾਂ ਦੇ ਅੰਦਰ ਵਿਵੇਕ ਰੂਪੀ ਤਾਣ ਬਲ ਵੀ ਸੱਚੇ ਪਰਮੇਸ਼ਰ ਤੇਰਾ ਹੀ ਹੈ। ਸੇ ਭਗਤ ਜਿਨੀ ਸਤਿਗੁਰ ਗੁਰਮੁਖ ਸਲਾਇਆ ਸੱਚ ਸ਼ਬਦ ਨਿਸ਼ਾਨਾ। ਉਹ ਭਗਤ ਜਨ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ, ਉਹਨਾਂ ਦੇ ਅੰਦਰ ਸੱਚਾ ਉਪਦੇਸ਼ ਪ੍ਰਗਟ ਹੋ ਆਇਆ ਹੈ, ਸੱਚਾ ਬ੍ਰਹਮ ਪ੍ਰਗਟ ਹੋ ਆਇਆ ਹੈ। ਸੱਚ ਜੀ ਸੱਚੇ ਸੇਵੰਦੇ ਤਿਨ ਵਾਰੀ ਸਦ ਕੁਰਬਾਨ। ਜਿਹੜੇ ਨਿਸ਼ਚੈ ਕਰਕੇ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਸੇਵਨ ਕਰਦੇ ਹਨ, ਉਹਨਾਂ ਤੋਂ ਅਸੀਂ ਹਮੇਸ਼ਾ ਸੈਂਕੜੇ ਵਾਰੀ ਕੁਰਬਾਨ ਬਲਿਹਾਰ ਜਾਈਏ। ਸੋ ਆਓ ਇਸ ਆਪ ਜੀ ਨੇ ਗੁਰਬਾਣੀ ਦੀ ਵਿਆਖਿਆ ਸਰਵਣ ਕੀਤੀ। ਸੋ ਮਹਾਰਾਜ ਜੀ ਨੇ ਇਹ ਸ਼ਬਦ ਅੰਦਰ ਨਿੰਦਕ ਬਾਰੇ ਦੱਸਿਆ ਹੈ ਕਿ ਨਿੰਦਕ ਜੇ ਕੋਈ ਨਿੰਦਿਆ ਕਰਦਾ ਹੈ ਤਾਂ ਉਸ ਦਾ ਲੋਕ ਤੇ ਪਰਲੋਕ ਦੋਨੇ ਬੇਅਰਥ ਜਾਂਦੇ ਹਨ। ਉਹ ਇੱਥੇ ਵੀ ਧੱਕੇ ਖਾਂਦੇ ਹਨ ਤੇ ਪਰਲੋਕ ਦੇ ਵਿੱਚ ਵੀ ਧੱਕੇ ਖਾਂਦੇ ਹਨ। ਸੋ ਆਓ ਇੰਨੀ ਬੇਨਤੀਆਂ ਪ੍ਰਵਾਨ ਕਰੋ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਾਰਿਆਂ ਨਾਲ ਪਿਆਰ ਕਰਿਆ ਕਰੋ, ਕਿਸੇ ਦੀ ਚੁਗਲੀ ਨਿੰਦਿਆ ਨਾ ਕਰਿਆ ਕਰੋ, ਮਾੜੇ ਬਚਨ ਨਾ ਬੋਲਿਆ ਕਰੋ। ਸੋ ਆਓ ਇੰਨੀ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਮੁਦਰਾਈਆਂ ਵਾਚੈ ਧਰਮ ਅਧੂਰਾ ਕਰਮੀ ਆਪੋ ਆਪਣੀ ਕੇ ਨੇੜੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ